ਜੈ ਸੁਧ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਿਵਾਜ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀ ਲੜੀਵਾਰ ਗੁਰਸ਼ਬਦ ਵਿਚਾਰ। ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀ। ਰਾਗ ਸੂਰਠ ਬਾਣੀ ਭਗਤ ਨਾਮ ਦੇ ਜੀ ਕੀ। ਘਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜਬ ਦੇਖਾ ਤਬ ਗਾਵਾ, ਤਉ ਜਨ ਧੀਰਜ ਪਾਵਾ। ਨਾਦ ਸਮਾਏ ਲੋਰੇ, ਸਤਿਗੁਰ ਭੇਟ ਲੈ ਦੇਵਾ। ਰਹਾਉ ਜਹੈ ਝਿਲਮਿਲ ਕਾਰ ਦਿਸੰਤਾ, ਤਹ ਅਨਹਦ ਸ਼ਬਦ ਬਜੰਤਾ। ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ। ਰਤਨ ਕਮਲ ਕੋਠਰੀ, ਚਮਕਾਰ ਬੀਜਲ ਤਹੀ। ਨੇਰਾ ਨਾਹੀ ਦੂਰ, ਨਿਜ ਆਤਮੇ ਰਹਿਆ ਭਰਪੂਰ। ਜੈ ਅਨਹਤ ਸੂਰਜ ਆਰਾ, ਤਹ ਦੀਪਕ ਜਲੈ ਸੰਸਾਰਾ। ਗੁਰ ਪ੍ਰਸਾਦੀ ਜਾਨਿਆ, ਜਨ ਨਾਮਾ ਸਹਿਜ ਸਮਾਨਿਆ। ਗੁਰ ਪ੍ਰਸਾਦੀ ਜਾਨਿਆ, ਜਨ ਨਾਮਾ ਸਹਿਜ ਸਮਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਗਰੀਬ ਨਿਵਾਜ ਵਾਲੀ ਦੋ ਜਹਾਨ, ਚਬਰ ਛਤਰ ਤਖਤ ਦੇ ਮਾਲਕ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ ਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ। ਸੋਰਠ ਰਾਗ ਦੇ ਵਿੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 656 ਤੋਂ ਆਰੰਭ ਹੋ ਕੇ 657 ਤੇ ਸੰਪੂਰਨ ਹੈ। ਭਗਤ ਜੀ ਇਸ ਪਾਵਨ ਸ਼ਬਦ ਦੁਆਰਾ ਕੀ ਉਪਦੇਸ਼ ਵਿਖਿਆਨ ਕਰ ਰਹੇ ਨੇ, ਆਓ ਸਰਵਣ ਕਰੀਏ। ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਕਿਤੇ ਭਗਤ ਨਾਮਦੇਵ ਜੀ ਦਾ ਜਿਹੜਾ ਨਾਮ ਹੈ, ਨਾਮੇ ਨਾਲ ਆਉਂਦਾ। ਨਾਮਾ ਕਹੇ ਤਲੋਚਨਾ ਮੁਖ ਤੇ ਨਾਮ ਸਮਾਲ, ਤੂੰ ਕੁੰਦਰੇ ਮੈਂ ਜੀ ਨਾਮਾ ਹੋ ਜੀ। ਕਿਤੇ ਪੂਰਾ ਨਾਮ ਲਿਖਿਆ ਦਾ ਨਾਮਦੇਵ। ਸੋ ਇੱਥੇ ਇਕੱਲਾ ਨਾਮ ਦੇ ਨਾਮ ਤੇ ਦੱਦੇ ਨੂੰ ਲਾ ਆ। ਤੋ ਬਾਣੀ ਭਗਤ ਨਾਮਦੇਵ ਜੀ ਕੀ ਹੈ, ਪਰ ਅੱਖਰ ਇਸ ਸ਼ਬਦ ਦੇ ਵਿੱਚ ਨਾਮ ਦੇ ਹੈ। ਘਰ ਦੂਜਾ, ਦੂਜੇ ਘਰ ਵਿੱਚ ਗਾਉਣ ਦਾ, ਗਾਇਨ ਕਰਨ ਦਾ। ਤਾਲ ਜਿਹੜਾ ਘਰ ਹੁੰਦਾ ਇਹਦਾ ਅਰਥ ਹੁੰਦਾ ਤਾਲ। ਸੋ ਦੂਜੇ ਘਰ ਵਿੱਚ ਗਾਉਣ ਦਾ ਹੁਕਮ ਹੈ। ਪਹਿਲੋਂ ਅਕਾਲ ਪੁਰਖ ਦਾ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਾਤਨ ਜਿੰਨੀਆਂ ਬੀੜਾਂ ਨੇ ਉਹਨਾਂ ਵਿੱਚ ਮੰਗਲ ਪਹਿਲਾਂ ਹੁੰਦਾ ਸੀ, ਰਾਗ ਬਾਅਦ ਦੇ ਵਿੱਚ ਹੁੰਦਾ। ਮੰਗਲ ਵੱਡਾ ਹੈ, ਰਾਗ ਵੱਡਾ ਨਹੀਂ ਹੈ।
ਪਰ ਬਾਅਦ ਦੇ ਵਿੱਚ ਇਸ ਪਾਸੇ ਨਹੀਂ ਧਿਆਨ ਹੋਇਆ ਅਤੇ ਰਾਗ ਪਹਿਲੋਂ ਲਿਖ ਦਿੰਦੇ ਆ ਅਤੇ ਮੰਗਲ ਬਾਅਦ ਵਿੱਚ ਹੁੰਦਾ ਹੈ। ਗੁਰਬਾਣੀ ਸ਼ੁਰੂ ਕੀਤੀ ਪਹਿਲੀ ਬਾਣੀ ਜਪਜੀ ਸਾਹਿਬ ਹੈ, ਇੱਕ ਓਂਕਾਰ ਪਹਿਲੋਂ ਲਿਖਿਆ, ਮੂਲ ਮੰਤਰ ਪਹਿਲੋਂ ਹੈ, ਉਸ ਤੋਂ ਬਾਅਦ ਫਿਰ ਬਾਣੀ ਦਾ ਨਾਂ ਆਉਂਦਾ ਜਪ। ਸੋ ਬਹੁਤ ਪੁਰਾਤਨ ਬੀੜਾਂ ਦੀ ਖੋਜ ਕਰਨ ਤੋਂ ਸਾਰੀ ਗੱਲ ਸਾਹਮਣੇ ਆਉਂਦੀ ਹੈ ਵੀ ਸੋ ਪਹਿਲੀਆਂ ਜਿਹੜੀਆਂ ਬੀੜਾਂ ਸੀ ਉਹਨਾਂ ਦੇ ਵਿੱਚ ਮੰਗਲ ਪਹਿਲਾਂ ਆਉਂਦਾ ਸੀ, ਰਾਗ ਬਾਅਦ ਦੇ ਵਿੱਚ। ਇਹਦਾ ਗੌੜੀ, ਸੁਖਮਨੀ, ਮਹੱਲਾ ਪੰਜਵਾਂ। ਅਤੇ ਹੁਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਹਿਲਾਂ, ਫਿਰ ਆਉਂਦਾ ਗੌੜੀ, ਸੁਖਮਨੀ, ਮਹੱਲਾ ਪੰਜਵਾਂ। ਹੁਣ ਲਿਖਿਆ ਜਾਂਦਾ ਪੈਰਲਲ ਲਿਖਿਆ ਹੋਇਆ, ਗੌੜੀ, ਸੁਖਮਨੀ, ਮਹੱਲਾ ਪੰਜਵਾਂ ਅਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਰ ਪੈਰਲਲ ਹਟ ਕੇ ਆ। ਲਿਖਣੇ ਵਾਲੇ ਨੇ ਲਿਖਿਆ ਸੀ ਵੀ ਖੱਬੇ ਹੱਥ ਗੌੜੀ ਰਾਗ ਲਿਖ ਦਿੰਦੇ ਆ, ਸੱਜੇ ਹੱਥ ਮੂਲ ਮੰਤਰ ਜਿਹੜਾ ਬੀਜ ਮੰਤਰ ਉਹ ਲਿਖ ਦਿੰਦੇ। ਪਰ ਹੁਣ ਪੜ੍ਹਨ ਵਿੱਚ ਆਉਂਦਾ, ਹੁਣ ਖੱਬੇ ਪਾਸੇ ਤੋਂ ਪੜ੍ਹਨਾ ਹੁੰਦਾ, ਪਹਿਲਾਂ ਰਾਗ ਪੜ੍ਹ ਹੁੰਦਾ, ਖੱਬੇ ਪਾਸੇ ਤੋਂ ਪੜ੍ਹਨਾ ਹੁੰਦਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਸ ਇਹ ਵੱਡਾ ਆ, ਰਾਗ ਵੱਡਾ ਨਹੀਂ ਹੈ, ਇਹ ਇੱਕ ਵੱਡਾ ਆ। ਓੰਗ ਪ੍ਰਕਾਸ਼ ਹੈ, ਕਾਰ ਇੱਕ ਰਸ ਹੈ, ਸਤ ਹੈ, ਜੰਮਦਾ ਮਰਦਾ ਨਹੀਂ ਹੈ। ਗੁਰ, ਉਹਦਾ ਗਿਆਨ ਸਤ ਹੈ। ਉਹ ਗਿਆਨ ਮਿਲਦਾ ਕਿਵੇਂ ਹੈ? ਪ੍ਰਸਾਦ, ਉਹਦੀ ਕਿਰਪਾ ਦੇ ਨਾਲ। ਉਹਦੀ ਕਿਰਪਾ ਤੋਂ ਬਿਨਾਂ ਇਹ ਜਿਹੜਾ ਗੁਰਬਾਣੀ ਦਾ ਗਿਆਨ ਹੈ, ਉਹਦੀ ਕਿਰਪਾ ਤੋਂ ਬਿਨਾਂ ਕਿੱਦਾਂ ਪ੍ਰਾਪਤ ਹੋ ਜਾਊਗਾ ਜੀ? ਇਹੋ ਤਾਂ ਸੱਤ ਹੈ ਗੁਰਬਾਣੀ ਦਾ ਗਿਆਨ, ਕਿਉਂਕਿ ਧੁਰ ਕੀ ਬਾਣੀ ਹੈ ਨਾ, ਹੋਰ ਕੁਝ ਵੀ ਸੱਤ ਨਹੀਂ ਹੈ। ਗੁਰਬਾਣੀ ਦਾ ਗਿਆਨ ਸੱਤ ਹੈ। ਕਿਵੇਂ ਪ੍ਰਾਪਤ ਹੋਵੇਗਾ? ਉਹਦੀ ਕਿਰਪਾ ਦੇ ਨਾਲ, ਉਹਦੀ ਰਹਿਮਤ ਦੇ ਨਾਲ। ਜਬ ਦੇਖਾ ਤਬ ਗਾਵਾ, ਤਉ ਜਾਨ ਧੀਰਜ ਪਾਵਾ। ਜਿਹੜਾ ਧੀਰਜ ਹੈ ਨਾ, ਇਹ ਬੜੀ ਮੁਸ਼ਕਿਲ ਦੇ ਨਾਲ ਪ੍ਰਾਪਤ ਹੁੰਦਾ ਹੈ। ਅਤੇ ਧੀਰਜ ਹੁੰਦਾ ਹੈ ਜਨ ਕੋਲ। ਜਨ ਕਿਹਾ ਜਾਂਦਾ ਸੇਵਕ ਨੂੰ, ਦਾਸ ਨੂੰ। ਜਿਹੜਾ ਸੇਵਕ ਹੈ ਉਹ ਜਨ ਹੈ। ਸੋ ਹੁਣ ਸੇਵਕ, ਦਾਸ, ਜਿਹੜਾ ਜਨ ਸ਼ਬਦ ਹੈ, ਜਦੋਂ ਜਨ ਹੁੰਦਾ ਇਹ ਇਹਨਾਂ ਤੋਂ ਵੀ ਉੱਪਰ ਹੋ ਜਾਂਦਾ ਹੈ। ਕਿਉਂਕਿ ਜਦੋਂ ਬਾਣੀ ਨੂੰ ਸੁਣਿਆ, ਬਾਣੀ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਸੋ ਜਨ ਤਾਂ ਫਿਰ ਉਹਦਾ ਹੀ ਰੂਪ ਹੋ ਜਾਂਦਾ ਹੈ। ਇਹ ਜਦੋਂ ਜਿੰਨਾ ਚਿਰ ਜਨ ਨਹੀਂ ਬਣਦਾ, ਧੀਰਜ ਨਹੀਂ ਆਉਂਦਾ। ਜਨ ਮਨ ਨੇ ਬਣਨਾ ਹੁੰਦਾ, ਮਨ ਹੀ ਜਨ ਬਣੇਗਾ। ਮਨ ਪਹਿਲੋਂ ਸੇਵਕ ਬਣੇਗਾ, ਸੇਵਾ ਕਰਨ ਲਈ ਤਿਆਰ ਹੋਵੇ, ਗਿਆਨ ਸੁਣਨ ਲਈ ਤਿਆਰ ਹੋਵੇ, ਫਿਰ ਜਨ ਬਣਦਾ ਜਾ ਕੇ। ਜਿਹਨੂੰ ਕਿ ਸੰਤ ਜਨਾ ਮਿਲ ਹਰ ਜਸ ਗਾਇਓ। ਜਦੋਂ ਇਹ ਜਨ ਬਣ ਗਿਆ ਫਿਰ ਸੰਤ ਦੇ ਨਾਲ ਮਿਲ ਸਕਦਾ। ਜਿੰਨਾ ਚਿਰ ਜਨ ਹੀ ਨਹੀਂ ਬਣਦਾ, ਸੰਤ ਨਾਲ ਮਿਲ ਹੀ ਨਹੀਂ ਸਕਦਾ। ਫਿਰ ਹਰੀ ਦਾ ਜਸ ਮਨ ਕਿੱਦਾਂ ਗਾ ਲਓ? ਮਨ ਜਿੰਨਾ ਚਿਰ ਜਨ ਨਹੀਂ ਬਣਦਾ, ਉਹਨਾਂ ਚਿਰ ਨਹੀਂ ਗਾਉਂਦਾ। ਹੁਣ ਜਦੋਂ ਮਨ ਜਨ ਬਣਿਆ, ਇਹਦਾ ਟਿਕਾ ਬਣ ਗਿਆ, ਫਿਰ ਜਬ ਦੇਖਾ ਤਬ ਗਾਵਾ। ਫਿਰ ਤੁਸੀਂ ਮਨ ਨੂੰ ਜਦੋਂ ਦੇਖੋ ਉਦੋਂ ਗਾਉਂਦਾ ਹੀ ਹੈ। ਕੋਈ ਇੱਕ ਛਿਨ ਮਾਤਰ ਲਈ ਹਾਂ ਵੀ ਵਿਹਲਾ ਹੋ ਕੇ ਬਹਿ ਗਿਆ ਜਾਂ ਕਿਤੇ ਹੋਰ ਪਾਸੇ ਲੱਗ ਗਿਆ, ਕਹਿੰਦੇ ਜਦੋਂ ਤੱਕ ਦੇਖਾਂ ਤੂੰ ਇੱਕੋ ਹੀ ਕੰਮ ਕਰੀ ਜਾਂਦਾ। ਜਬ ਦੇਖਾ ਤਬ ਗਾਵਾ, ਇੱਕੋ ਹੀ ਕੰਮ ਫੜਿਆ ਹੋਇਆ, ਗਾਈ ਜਾਂਦਾ, ਉਹਨੂੰ ਗਾਈ ਜਾਂਦਾ। ਕਿਉਂ? ਕਿਉਂਕਿ ਜਨ ਬਣ ਗਿਆ ਉਹਦਾ। ਹੁਣ ਉਹਨੂੰ ਟਿਕਾ ਬਣੇ, ਧੀਰਜ ਆ ਗਿਆ, ਜਾਂਦਾ ਹੀ ਨਹੀਂ ਖਿਆਲ ਦੁਨੀਆ ਵਾਲੇ ਪਾਸੇ, ਮਾਇਆ ਵਾਲੇ ਪਾਸੇ। ਮੇਰੇ ਕੋਲ ਆਹ ਚਾਹੀਦਾ, ਆਹ ਚਾਹੀਦਾ। ਨਾ ਉਮਰ ਦਾ ਖਿਆਲ ਹੈ, ਨਾ ਜਵਾਨੀ ਦਾ ਖਿਆਲ ਹੈ, ਸੋਨਾ ਚਾਂਦੀ, ਮਾਣ ਇੱਜ਼ਤ, ਕੋਈ ਖਿਆਲ ਨਹੀਂ ਹੈ। ਸੋ ਕਿਸੇ ਪਾਸੇ ਕਾਹਲ ਨਹੀਂ ਕਰਦਾ, ਕਿਸੇ ਪਾਸੇ ਭੁੱਖ ਹੈ ਨਹੀਂ। ਦੇਖੋ ਜੀ, ਜਿਹਦੀ ਭੁੱਖ ਹੈ ਉਹਨੂੰ ਧੀਰਜ ਨਹੀਂ ਆ ਸਕਦਾ। ਜਦੋਂ ਭੁੱਖਾਂ ਸਭ ਗਵਾਈਆਂ, ਧੀਰਜ ਆਪੇ ਹੀ ਆ ਗਿਆ। ਹੁਣ ਜਦੋਂ ਮਨ ਵਿੱਚ ਹੀ ਇਹ ਵਿਚਾਰਧਾਰਾ ਆ ਗਈ ਵੀ ਜੋ ਤੁਧ ਭਾਵੈ ਸਾਈ ਭਲੀ ਕਾਰ, ਅਤੇ ਜੋ ਕੰਮ ਉਹਨੂੰ ਚੰਗਾ ਲੱਗਣਾ ਉਹਨੇ ਕਰਨਾ ਹੀ ਹੈ, ਅਤੇ ਮੈਨੂੰ ਕੀ ਲੋੜ ਉਹਨੂੰ ਕਹਿਣ ਦੀ ਵੀ ਇੱਦਾਂ ਨਹੀਂ ਇੱਦਾਂ ਕਰ, ਅਤੇ ਮੈਂ ਤਾਂ ਫਿਰ ਇੱਕੋ ਹੀ ਕੰਮ ਕਰਾਂ, ਜਬ ਦੇਖਾ ਤਬ ਗਾਵਾਂ। ਬਸ ਉਸੇ ਵਕਤ ਗਾਉਂਦਾ ਹੀ ਰਹਾਂ, ਉਹਦੀ ਉਸਤਤ ਕਰੀ ਜਾਵਾਂ। ਉਸਤਤ ਜਦੋਂ ਵੀ ਕੁਝ ਦੇਖਾਂ ਉਹਨੂੰ ਹੀ ਗਾਵਾਂ, ਕਿਉਂਕਿ ਉਹਦਾ ਬਣਾਇਆ ਹੋਇਆ।
ਸੰਸਾਰ ਕਿਹਦਾ ਬਣਾਇਆ? ਰਚਨਾ ਕਿਹਦੀ ਹੈ? ਕਿਹਨੇ ਸਾਰਾ ਸ੍ਰਿਸ਼ਟੀ ਏਡੀ ਵੱਡੀ ਬਣਾਤੀ ਬਈ ਜਿਸ ਨੇ ਖੰਡ ਬ੍ਰਹਿਮੰਡ ਬਣਾ ਦਿੱਤੇ। ਕੁਦਰਤ ਕਿੱਡੀ ਸ਼ਕਤੀ ਵਾਲੀ ਕੁਦਰਤ ਹੈ, ਕੁਦਰਤ ਦਾ ਉਹ ਕਾਦਰ ਹੈ। ਅਤੇ ਜੋ ਵੀ ਉਹਦੀ ਬਣਾਈ ਹੋਈ ਰਚਨਾ ਨੂੰ ਜਦੋਂ ਮੈਂ ਵੇਖਦਾ ਤਾਂ ਗਾਉਂਦਾ ਹੀ ਹਾਂ। ਬਸ ਇਹ ਉਹਨੂੰ ਵੇਖਦਾ, ਸੱਚੇ ਪਾਤਸ਼ਾਹ ਪ੍ਰਮਾਤਮਾ ਅਚਰਜ ਤੇਰੀ ਕੁਦਰਤ ਹੈ, ਵੀ ਕਮਾਲ ਹੈ, ਕਿਵੇਂ ਬਣਾਤਾ, ਕਿੱਦਾਂ ਕਰ ਦਿੱਤਾ। ਜਬ ਦੇਖਾ ਤਬ ਗਾਵਾਂ। ਰੱਬ ਦੇ ਪਿਆਰਿਆਂ ਨੇ ਜਦੋਂ ਮਰਜ਼ੀ ਮਿਲ ਲਓ, ਜਦੋਂ ਮਰਜ਼ੀ ਵੇਖੋ, ਜਦੋਂ ਮਰਜ਼ੀ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ, ਬਸ ਜਦੋਂ ਦੇਖੋ ਬਾਣੀ ਪੜ੍ਹਦੇ ਰਹਿੰਦੇ ਨੇ, ਬਾਣੀ ਪੜ੍ਹਦੇ ਰਹਿੰਦੇ ਨੇ। ਨਾਦ ਸਮਾਏ ਲੋਰੇ ਸਤਿਗੁਰ ਭੇਟ ਲੈ ਦੇਵਾ। ਜਿਹੜੇ ਜਨ ਹੁੰਦੇ ਨੇ ਨਾ, ਜਨ, ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਚਾਹਤ ਹੁੰਦੀ ਨੇ, ਇੱਕੋ ਹੀ। ਹੇ ਪ੍ਰਮਾਤਮਾ ਪਰਮੇਸ਼ਰ, ਮੇਰੀ ਤੇਰੇ ਨਾਲ ਹਮੇਸ਼ਾ ਭੇਟ ਬਣੀ ਰਹੇ। ਸਤਿਗੁਰ ਭੇਟ ਲੈ। ਭੇਟ, ਭੇਟ ਹੁੰਦਾ ਮਿਲਣ, ਭੇਟ। ਸਤਿਗੁਰ ਭੇਟ ਲੈ ਦੇਵਾ। ਜਦੋਂ ਸਤਿਗੁਰੂ ਇਹਦੇ ਕੋਲ ਭੇਟ ਲੈਂਦਾ ਫਿਰ ਇਹਨੂੰ ਗਿਆਨ ਦਿੰਦਾ। ਹੁਣ ਭੇਟਾ ਇਹਦੇ ਕੋਲ ਹੈ ਕੀ? ਇਹਦੇ ਕੋਲ ਮਨ ਆ, ਮਨ ਹੀ ਦੇਣਾ, ਮਨ ਦੇਣਾ। ਜਾਂ ਮਹਾਰਾਜ ਕਹਿੰਦੇ ਸਤਿਗੁਰ ਆਗੇ ਸੀਸ ਭੇਟ ਦਿਓ ਜੇ ਪੂਰੇ ਸਤਿਗੁਰ ਭਾਵ। ਜਦੋਂ ਸੀਸ ਭੇਟਣ ਦੀ ਗੱਲ ਆਉਂਦੀ ਉਦੋਂ ਆਪਣੀ ਮੱਤ ਦੇਣੀ ਹੁੰਦੀ ਆ, ਆਪਣੀ ਮੱਤ। ਵੀ ਮੈਂ ਆਪਣੀ ਮੱਤ ਤੇਰੇ ਅੱਗੇ ਰੱਖ ਦਿੱਤੀ, ਇਹ ਜਿਹੜੀ ਮੇਰੀ ਭੇਟ ਆ ਇਹ ਤੂੰ ਲੈ ਲੈ। ਸਤਿਗੁਰ ਭੇਟ ਲੈ, ਆਹ ਭੇਟ ਮੇਰੀ, ਇਹ ਭੇਟਾ ਲੈ ਲਾ। ਫਿਰ ਉਹ ਦੇਵਾ, ਫਿਰ ਦਿੰਦਾ। ਕੀ ਦਿੰਦਾ? ਗਿਆਨ। ਜਿਹੜਾ ਸਤਿਗੁਰੂ ਫਿਰ ਗਿਆਨ ਦਿੰਦਾ ਨਾ, ਫਿਰ ਉਹਦੇ ਵਿੱਚ ਇਹ, ਉਸ ਗਿਆਨ ਦੇ ਵਿੱਚ ਇਹ ਸਮਾਉਂਦਾ ਹੈ। ਨਾਦ ਸਮਾਏ ਲੋ ਰੇ। ਉਹਦਾ ਜਿਹੜਾ ਗਿਆਨ, ਹੁਕਮ ਹੀ ਉਸ ਦਾ ਗਿਆਨ ਹੈ। ਗੁਰੂ ਦਾ ਹੁਕਮ ਗਿਆਨ ਹੈ, ਇਹਦੇ ਵਿੱਚ ਸਮਾ ਜਾਂਦਾ। ਜਿਹੜਾ ਆਪਣੀ ਮੱਤ ਨਹੀਂ ਦਿੰਦਾ, ਮੱਤ ਨਹੀਂ ਛੱਡਦਾ, ਉਹ ਗੁਰੂ ਦੇ ਹੁਕਮ 'ਚ ਨਹੀਂ ਸਮਾ ਸਕਦਾ, ਨਹੀਂ ਸਮਾ ਸਕਦਾ। ਸੋ ਹੁਣ ਗੁਰੂ ਉਹਦੀ ਭੇਟਾ ਲੈ ਲਵੇ ਤਦੇ ਨਾ, ਭੇਟਾ ਲੈ ਲਵੇ। ਹੁਣ ਆਪਣਾ ਸੌਦਾ, ਆਪਣਾ ਸਮਾਨ ਜਿਹੜਾ ਵੇਚਣਾ ਵੀ ਕੋਈ ਕੋਈ ਵੇਚ ਸਕਦਾ। ਮਨ ਵੇਚਣਾ, ਆਪਣੀ ਮੱਤ ਵੇਚਣੀ, ਕਿਹਦੇ ਅੱਗੇ? ਗੁਰੂ ਅੱਗੇ। ਹੁਣ ਉਹ ਗੁਣਵਾਨ ਹੋਵੇ, ਮਨ ਗੁਣਵਾਨ ਬਣ ਜਾਵੇ, ਮੱਤ ਗੁਣਵਾਨ ਬਣ ਜਾਵੇ। ਇਹੋ ਹੀ ਗੁਣਵਾਨ ਆ ਵੀ ਮੇਰੀ ਮੱਤ ਹੈ ਨਹੀਂ, ਥੋੜ੍ਹੀ। ਇਹੋ ਹੀ ਚੀਜ਼ ਹੈ, ਇਹ ਸਭ ਤੋਂ ਵੱਡਾ ਗੁਣ ਆ। ਇਹ ਸਭ ਤੋਂ ਵੱਡਾ ਗੁਣ ਹੈ, ਮੇਰੀ ਮੱਤ ਥੋੜ੍ਹੀ। ਇਹ ਸੰਸਾਰ ਵਿੱਚ ਹੈ ਨਹੀਂ। ਸਾਰੇ ਕਹਿੰਦੇ ਮੇਰੀ ਮੱਤ ਜ਼ਿਆਦੇ, ਥੋੜ੍ਹੀ ਵਾਲਾ ਤਾਂ ਕੋਈ ਵੀ ਨਹੀਂ ਦਿਸਦਾ। ਥੋੜ੍ਹੀ ਵਾਲੇ ਕੋ ਧੀਰਜ ਹੋਵੇਗਾ ਵੀ ਮੈਨੂੰ ਤਾਂ ਆਉਂਦਾ ਨਹੀਂ ਕੁਛ ਕਹਿਣਾ। ਹੁਣ ਜਿਸ ਨੂੰ ਕੁਝ ਚਲਾਉਣਾ ਨਾ ਆਵੇ ਉਹ ਆਰਾਮ ਨਾਲ ਬਹਿ ਜਾਂਦਾ, ਚਾਹੇ ਉਹ ਗੱਡੀ ਹੈ, ਜਹਾਜ਼ ਹੈ, ਬੰਦੂਕ ਹੈ, ਜੋ ਮਰਜ਼ੀ। ਕਹਿੰਦਾ ਮੈਨੂੰ ਪਤਾ ਹੀ ਨਹੀਂ। ਹੋਇਆ ਕਿ ਨਹੀਂ ਧੀਰਜ? ਧੀਰਜ ਹੋ ਗਿਆ। ਹੁਣ ਜਿਹਨੂੰ ਮਾੜਾ ਮੋਟਾ ਕੁਛ ਪਤਾ ਉਹਨੇ ਪੰਗਾ ਲਈ ਜਾਣਾ, ਲਈ ਜਾਣਾ। ਜਦੋਂ ਕਹਿੰਦਾ ਮਹਾਰਾਜ ਮੇਰੀ ਮੱਤ ਥੋੜ੍ਹੀ, ਆ ਗਿਆ ਧੀਰਜ, ਉੱਥੇ ਧੀਰਜ ਆ ਗਿਆ। ਸੋ ਇਹ ਮੱਤ ਨੂੰ ਜਦੋਂ ਧੀਰਜ ਆਇਆ, ਜਦੋਂ ਧੀਰਜ ਨਾਲ ਬੈਠਾ ਤਾਂ ਗੁਰੂ ਫਿਰ ਇਹਦੀ ਮੱਤ ਨੂੰ ਲੈ ਲੈਂਦਾ। ਮੱਤ ਜਦੋਂ ਗੁਰੂ ਮੱਤ ਲੈ ਲੈਂਦਾ ਫਿਰ ਦਿੰਦਾ ਕੀ? ਦਿੰਦਾ ਗੁਰੂ ਆਪਣਾ ਗਿਆਨ ਦਿੰਦਾ। ਉਸ ਗਿਆਨ ਵਿੱਚ ਸਮਾਉਣਾ ਕਿੱਦਾਂ ਹੈ? ਗੁਰੂ ਉਹ ਕਿਰਪਾ ਕਰਦਾ। ਗਿਆਨ ਵਿੱਚ ਕਿੱਦਾਂ ਸਮਾਈਦਾ? ਰਹਾਓ। ਜਹ ਝਿਲ ਮਿਲ ਕਾਰ ਦਿਸੰਤਾ ਤਹ ਅਨਹਦ ਸ਼ਬਦ ਵਜੰਤਾ। ਹੁਣ ਜਦੋਂ ਗੁਰੂ ਮੱਤ ਦਿੰਦਾ, ਭਾਵ ਕੀ ਆ? ਗੁਰੂ ਨੇ ਆਪਣਾ ਗਿਆਨ ਦਿੱਤਾ। ਜਿਹੜਾ ਗੁਰੂ ਗਿਆਨ ਦਿੰਦਾ ਉਹ ਤਾਂ ਪ੍ਰਚੰਡ ਹੁੰਦਾ, ਉਹ ਪ੍ਰਚੰਡ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਮਹਾਰਾਜ ਨੇ ਅਨਹਦ ਸ਼ਬਦ ਵਜੰਤ ਵਾਲੀ ਗੱਲ ਕੀਤੀ। ਸੋ ਉਦੋਂ ਜਦੋਂ ਗੁਰੂ ਨੇ ਗਿਆਨ ਦਿੱਤਾ, ਉਹ ਗਿਆਨ ਪ੍ਰਚੰਡ ਹੋਇਆ, ਬਲਿਆ, ਗਿਆਨ ਘਟ ਬਲਿਆ। ਫਿਰ ਉੱਥੇ ਅਨਹਦ ਸ਼ਬਦ ਵਜੰਤਾ। ਫਿਰ ਉਹ ਅਨਹਦ ਸ਼ਬਦ ਇਸ ਨੂੰ ਫੇਰ ਸੁਣੇ। ਜਦੋਂ ਗਿਆਨ ਬਲਦਾ ਹੈ, ਜਦੋਂ ਗਿਆਨ ਹੀ ਬਲਣਾ ਸ਼ੁਰੂ ਕਰ ਜਾਂਦਾ, ਜਦੋਂ ਤੇਲ ਬਲਦਾ ਹੈ,
ਉਹਦੇ ਚਮਕ ਬਹੁਤ ਹੁੰਦੀ ਹੈ। ਜਦੋਂ ਜਿੰਨਾ ਚਿਰ ਤੇਲ ਦੇ ਵਿੱਚ ਬੱਟੀ ਰੱਖੀ ਸੀ ਉਹ ਲੋ ਤਾਂ ਹੁੰਦੀ ਸੀ, ਚਮਕ ਨਹੀਂ ਸੀ ਇੰਨੀ। ਹੁਣ ਤੇਲ ਹੀ ਬਲ ਗਿਆ, ਉਹਨੂੰ ਬੱਟੀ ਦੀ ਵੀ ਨਹੀਂ ਲੋੜ, ਤੇਲ ਬਲ ਗਿਆ। ਉਹ ਗਿਆਨ ਘੱਟ ਬਲਿਆ, ਗਿਆਨ ਵੀ ਬਲਦਾ। ਜਦੋਂ ਗਿਆਨ ਬਲਦਾ ਨਾ ਤੇ ਉਹਦਾ ਚਾਨਣ, ਉਦੋਂ ਫਿਰ ਅਨਹਦ ਸ਼ਬਦ ਵਜੰਤਾ। ਜਦੋਂ ਗੁਰੂ ਦਾ ਗਿਆਨ ਬਲਦਾ ਇਹਦਾ ਆਪਣਾ ਗਿਆਨ ਸੜ ਜਾਂਦਾ। ਜਦੋਂ ਗੁਰੂ ਦਾ ਗਿਆਨ ਬਲਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਬਲਿਆ ਉੱਥੇ ਦਿਸਿਆ ਕੀ? ਫੇਰ ਮੱਤ ਵਿੱਚ ਦਿਸਿਆ ਝਿਲ ਮਿਲ ਕਾਰ ਦਿਸੰਤਾ। ਸੋ ਉਹ ਪ੍ਰਮਾਤਮਾ ਪਰਮੇਸ਼ਰ ਜਿਹੜਾ ਸਭਨਾ ਦਾ ਕਰਤਾ ਹੈ ਭਾਈ, ਉਸ ਦਾ ਹੁਕਮ ਜਿਹੜਾ ਉਹ ਦਿਸਣ ਲੱਗ ਪਿਆ। ਸੋਝੀ ਆ ਗਈ, ਪਰਮਾਤਮਾ ਦੀ ਸੋਝੀ ਆ ਗਈ। ਉਹਦੀ ਝਿਲਮਿਲ ਜਿਹੜੀ ਨਾ ਚਮਕ ਜਿਹੜੀ ਹੈ ਉਹ ਦਿਸਣੀ ਸ਼ੁਰੂ ਹੋ ਗਈ। ਚਮਕ ਸੋਝੀ ਹੁੰਦੀ, ਉਹਦੀ ਸੋਝੀ ਪੈਣੀ ਸ਼ੁਰੂ ਹੋ ਗਈ। ਫਿਰ ਅਨਹਦ ਸ਼ਬਦ ਵਜੰਤਾ ਕਹਿੰਦੇ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ। ਮੇਰੀ ਜਿਹੜੀ ਆਤਮਾ ਸੀ ਉਹ ਪਰਮਾਤਮਾ ਦੇ ਵਿੱਚ ਲੀਨ ਹੋਈ। ਫਿਰ ਸੁਭਾਅ ਮੇਰਾ ਆਪਣੀ ਮੱਤ ਜਿਹੜੀ ਸੀ ਖਤਮ ਹੋ ਗਈ, ਗੁਰੂ ਦੀ ਮੱਤ ਉਹ ਹੋ ਗਈ। ਗੁਰੂ ਦੀ ਮੱਤ ਹੀ ਰਹਿ ਗਈ। ਹੁਣ ਜੋਤੀ ਜੋ ਮੇਰੀ ਅਕਲ ਖਤਮ। ਜੋਤ ਕੀ ਹੈ? ਅਕਲ ਨੂੰ ਜੋਤ ਕਿਹਾ। ਹੁਣ ਜੋਤੀ ਜੋਤ ਸਮਾਨੀ, ਮੈਂ ਆਪਣੀ ਜਿਹੜੀ ਅਕਲ ਹੈ ਗੁਰੂ ਦੀ ਅਕਲ ਵਿੱਚ ਸੰਭਾਲੀ। ਉਹ ਗੁਰੂ ਹੀ ਕਿਰਪਾ ਕਰਦਾ ਤੇ ਤਦੇ ਹੀ ਅਕਲ ਜਿਹੜੀ ਆ ਅਕਲ ਵਿੱਚ ਮਿਲਦੀ ਆ। ਛੋਟੀ ਜੋਤ ਵੱਡੀ ਜੋਤ ਵਿੱਚ ਮਿਲ ਜਾਂਦੀ ਆ ਕਹਿੰਦੇ। ਤੇ ਇਹ ਕਿੱਦਾਂ ਜੋਤੀ ਜੋਤ ਕਿੱਦਾਂ ਸਮਾਈਦਾ? ਕਹਿੰਦੇ ਮੈਂ ਗੁਰੂ ਪ੍ਰਸਾਦੀ ਜਾਨੀ। ਇਹ ਖੇਡ ਇੱਕ ਐਸੀ ਜਿਹੜੀ ਕਿ ਮੈਨੂੰ ਨਹੀਂ ਸੀ ਪਤਾ, ਪਰ ਗੁਰੂ ਨੇ ਕਿਰਪਾ ਕੀਤੀ ਤੇ ਮੈਨੂੰ ਸੋਝੀ ਪਈ ਵੀ ਜੋਤੀ ਜੋਤ ਸਮਾਨੀ ਇਹ ਕਿੱਦਾਂ ਜੋਤ ਸਮਾਉਂਦੀ ਹੈ। ਗੁਰੂ ਨੇ ਕਿਰਪਾ ਕੀਤੀ ਵੀ ਇਹ ਪਤਾ ਲੱਗਾ। ਕਹਿੰਦੇ ਰਤਨ ਕਮਲ ਕੋਠਰੀ ਚਮਕਾਰ ਵੀ ਜਲ ਤੋਹੀ। ਸੋਝੀ ਫਿਰ ਐਸੀ ਪਈ, ਅੰਤਰਮੁਖ ਹੋ ਗਿਆ ਨਾ। ਜਦੋਂ ਅੰਤਰਮੁਖ ਬਿਰਤੀ ਹੁੰਦੀ ਫਿਰ ਇਹਨੂੰ ਇੱਕ ਕੋਠੜੀ ਦੀਦੀ ਹੈ। ਉਹ ਹਿਰਦੇ ਨੂੰ ਕੋਠੜੀ ਕਹਿ ਦਿੰਦਾ। ਕੋਠੜੇ ਮੈਂ ਕੋਠੜੀ, ਕੋਠੜਾ ਸਰੀਰ ਨੂੰ ਕਹਿਤਾ, ਕੋਠੜੇ ਮੈਂ ਕੋਠੜੀ ਹਿਰਦਾ ਪਿਆ। ਹੋਰ ਰਤਨ ਕਮਲ ਕੋਠਰੀ, ਮਨੁੱਖ ਸਰੀਰ ਦੇ ਵਿੱਚ ਹੁਣ ਹਿਰਦਾ ਰੂਪ ਕੋਠੀ ਦਿਸੀ। ਕਹਿੰਦੇ ਜਦੋਂ ਉਸ ਕੋਠੀ ਨੂੰ ਵੇਖਿਆ ਨਾ ਤੇ ਉਸ ਕੋਠੀ ਦੇ ਵਿੱਚੋਂ ਕੀ ਲੱਭਾ? ਰਤਨ। ਉਸ ਕੋਠੀ ਦੇ ਵਿੱਚ ਨਾਮ ਰਤਨ ਲੈ ਗੁੱਝਾ ਰੱਖਿਆ। ਹੁਣ ਉਹ ਕੋਠੜੀ ਦੇ ਵਿੱਚ ਹੀ ਨਾਮ ਰੱਖਿਆ ਹੋਇਆ ਅਕਾਲ ਪੁਰਖ ਨੇ। ਅਨੂਪ ਬਸਤ ਅਨੂਪ ਵਿੱਚ ਪਾਈ, ਜਿੱਦਾਂ ਕਬੀਰ ਸਾਹਿਬ ਜੀ ਕਹਿੰਦੇ ਉਹ ਨਾਮ ਰੂਪ ਰਤਨ ਮੈਨੂੰ ਕੋਠੜੀ ਦੇ ਵਿੱਚੋਂ ਦਿਸਿਆ ਹੈ। ਉਹਦਾ ਪ੍ਰਕਾਸ਼ ਕਿੰਨਾ? ਕਹਿੰਦੇ ਜਿੱਦਾਂ ਬਿਜਲੀ ਚਮਕਦੀ ਹੈ, ਨਾਮ ਰਤਨ ਦਾ ਪ੍ਰਕਾਸ਼ ਚਮਕਾਰ ਵੀ ਜਲ ਤੇ ਹੀ। ਜਿਵੇਂ ਬਿਜਲੀ ਦਾ ਚਮਕਾਰ ਹੁੰਦਾ ਨਾ, ਇਸ ਤਰ੍ਹਾਂ ਉਹ ਨਾਮ ਦੀ ਚਮਕ ਪੈਂਦੀ। ਕਹਿੰਦਾ ਫਿਰ ਮੈਂ ਦੇਖੀ ਨੇਰਾ ਨਾਹੀਂ ਦੂਰ ਨਿਜ ਆਤਮੈ ਰਹਿਆ ਭਰਪੂਰ। ਜਦੋਂ ਹੀ ਨਾਮ ਰਤਨ ਦੀ ਚਮਕ ਪਈ, ਜਿਸ ਰੱਬ ਨੂੰ ਮੈਂ ਦੂਰ ਸਮਝਦਾ ਸੀ ਉਹ ਤਾਂ ਬਹੁਤਾ ਹੀ ਨੇੜੇ ਲੱਗਾ। ਨੇਰਾ ਨਾ ਹੀ ਦੂਰ, ਪਹਿਲਾਂ ਦੂਰ ਸਮਝਦਾ ਸੀ। ਜਦੋਂ ਸਭ ਅੱਖਰ ਪੜ੍ਹਦਾ ਸੀਗਾ ਤੇ ਤੁਰਿਆ ਹੋਇਆ ਸੀ, ਮਿਹਨਤ ਮਸ਼ੱਕਤ ਕਰਦਾ ਸੀ, ਕਾਹਲਣਾ ਕਰਦਾ ਸੀਗਾ, ਉਦੋਂ ਕੀ ਬੜਾ ਦੂਰ ਲੱਗਦਾ ਸੀਗਾ, ਬੜਾ ਔਖਾ। ਉਦੋਂ ਮਹਾਰਾਜ ਨੇ ਵੀ ਕਹੀ ਹੋਈ ਇਹ ਬਾਤ। ਕਹਿੰਦੇ ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ। ਹੁਣ ਇਹ ਸਫ਼ਰ ਹੀ ਆ, ਜਦੋਂ ਗੁਰਪੀਰਾਂ ਦੀ ਚਾਕਰੀ ਕਰਨੀ ਬੜੀ ਕਰੜੀ ਲੱਗਦੀ ਹੈ, ਬੜਾ ਔਖਾ ਬਈ। ਸ੍ਰੇਸ਼ਟ ਸੁੱਖ ਕਦੋਂ ਮਿਲਿਆ? ਜਦੋਂ ਸੋਝੀ ਪੈ ਗਈ, ਜਦੋਂ ਚਮਕਾਰ ਬੀਜਲ, ਜਦੋਂ ਬਿਜਲੀ ਚਮਕੀ। ਸੋ ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗਲੀਅਤ ਪੀੜੀ। ਕਹਿੰਦੇ ਇਹ ਗੁਰਸਿੱਖੀ ਜਿਹੜੀ ਹੈ ਨਾ, ਇਹ ਖੰਡੇ ਦੀ ਧਾਰ ਵਾਂਗ ਹੈ। ਸੋ ਖੰਨਿਓ ਤਿੱਖੀ ਵਾਲੋਂ ਨਿੱਕੀ, ਇਹ ਵਾਲ ਤੋਂ ਵੀ ਬਰੀਕ ਹੈ, ਖੰਡੇ ਦੀ ਧਾਰ ਤੋਂ ਵੀ ਕਹਿੰਦੇ ਬਰੀਕ ਹੈ। ਚੱਲ ਨਾ ਸਕੈ ਉੱਪਰ ਕੀੜੀ। ਔਖਾ ਹੀ ਹੈ, ਗੁਰਸਿੱਖੀ ਕਮਾਉਣੀ ਔਖੀ ਹੈ, ਪਰ ਉਹਦਾ ਲੱਗਦਾ ਬੜਾ ਦੂਰ ਹੈ, ਬੜਾ ਦੂਰ ਹੈ ਵੀ। ਅਤੇ ਜਦੋਂ ਹੀ ਗਿਆਨ ਦੀ ਬਿਜਲੀ ਚਮਕੀ, ਫਿਰ ਨੇਰਾ ਨਾ ਹੀ ਦੂਰ। ਹੁਣ ਕੀ ਭਈ ਆਪ ਹੀ ਤਾਂ ਚਲਾਉਣੇ ਵਾਲਾ, ਆਪ ਹੀ ਕਮਾਉਣੇ ਵਾਲਾ, ਆਪ ਹੀ ਬੋਲਣੇ ਵਾਲਾ, ਆਪ ਹੀ ਸੁਣਨੇ ਵਾਲਾ, ਤਾਂ ਕੰਮ ਹੀ ਬੜਾ।
ਸੋ ਸੌਖਾ ਹੋ ਗਿਆ, ਆਪ ਹੀ ਤਾਂ ਆਪ ਹੈ, ਇਹ ਸੋਝੀ ਪੈ ਗਈ। ਫਿਰ ਨੇਰੇ ਲੱਗਾ, ਫਿਰ ਦੂਰ ਨਹੀਂ ਆ ਕਹਿੰਦੇ, ਗਿਆਨ ਹੋ ਗਿਆ ਨਾ ਕਹਿੰਦੇ। ਨਿਜ ਆਤਮੈ ਰਿਹਾ ਭਰਪੂਰ, ਆਪਣੇ ਆਪ ਨੂੰ ਖੋਜਣ ਦੀ ਗੱਲ ਉਹਦੇ ਭਰਪੂਰ ਹੈ। ਆਪਣੇ ਆਪ ਦੇ ਵਿੱਚ, ਆਤਮੇ ਦੇ ਵਿੱਚ, ਤੇਰੀ ਆਤਮਾ ਦੇ ਵਿੱਚ ਹੀ ਉਹ ਬੈਠਾ ਹੋਇਆ, ਉੱਥੇ ਵੇਖ ਕਹਿੰਦੇ ਭਰਪੂਰ ਹੈ। ਭਰਦਾ ਉਹੀ ਹੈ, ਲੋੜਾਂ ਉਹੀ ਪੂਰੀਆਂ ਕਰਦਾ ਸਾਰੀਆਂ। ਸੋ ਜੋ ਜੋ ਇੱਛਾ, ਜੋ ਜੋ ਲੋੜ ਹੈ, ਜੋ ਚਾਹਤ ਹੈ, ਉਹੀ ਉਹ ਤਾਂ ਪੂਰੀ ਕਰਦਾ ਕਹਿੰਦੇ। ਜਹ ਅਨਹਤ ਸੂਰ ਉਜਿਆਰਾ, ਤਹ ਦੀਪਕ ਜਲ ਸੰਸਾਰਾ। ਜਦੋਂ ਇੱਧਰ ਨੂੰ ਤੁਰਿਆ ਸੀ, ਜਗਿਆਸੂ ਸੀ, ਗਿਆਨ ਪੜ੍ਹਦਾ ਸੀ, ਬਾਣੀ ਪੜ੍ਹੀ, ਜਾਪ ਕੀਤੇ, ਗੁਰਮੰਤਰ ਦਾ ਜਾਪ ਕਰਨਾ, ਫਿਰ ਬਾਣੀ ਦੇ ਅਰਥਾਂ ਨੂੰ ਦੇਖਣਾ, ਘੋਖਣਾ, ਵਾਚਣਾ। ਮੰਨ ਲਓ ਉਦੋਂ ਮਨ ਵਿੱਚ ਚਾਹਤ ਤਾਂ ਸੀ ਵੀ ਰੱਬ ਨੂੰ ਜਾਣਨਾ ਹੈ, ਅਤੇ ਉਹ ਜਿਹੜਾ ਗਿਆਨ ਮਿਲਦਾ ਸੀ, ਕਦੀ ਕਿਸੇ ਤੋਂ ਮਿਲ ਗਿਆ, ਕਦੀ ਕਿਸੇ ਤੋਂ ਮਿਲ ਗਿਆ, ਕਦੀ ਆਪ ਪੜ੍ਹ ਲਿਆ, ਆਪ ਟੱਕਰ ਮਾਰ ਕੇ, ਦਿਮਾਗ ਦੀ ਟੱਕਰ ਹੀ ਮਾਰਨੀ ਹੁੰਦੀ, ਸਿਰ ਦੀ ਟੱਕਰ ਮਾਰਨੀ ਪੈਂਦੀ, ਕਿਉਂਕਿ ਟੱਕਰ ਮਾਰਨ ਤੋਂ ਬਾਅਦ ਹੰਕਾਰ ਨਸ਼ਟ ਕਰਨਾ ਹੁੰਦਾ ਆਪਣਾ। ਗੁਰੂ ਦੇ ਗਿਆਨ ਨੂੰ ਲੈਣਾ ਤਾਂ ਆਪਣੇ ਸਿਰ ਦੀ ਟੱਕਰ ਮਾਰਨੀ ਪੈਂਦੀ ਹੈ, ਸਿਰ ਭੰਨਣਾ ਪੈਂਦਾ, ਆਪਣਾ ਹੰਕਾਰ ਪਾਸੇ ਕਰਨਾ ਪੈਂਦਾ। ਉੱਦਾਂ ਨਹੀਂ, ਹੰਕਾਰ ਤਾਂ ਪਰਬਤ ਹੈ, ਪਹਾੜ ਹੈ। ਸਾਡਾ ਜਿਹੜਾ ਆਪਣਾ ਆਪ ਮੱਛਰ ਹੈ। ਮਸਕੰ ਭਗਨੰਤ ਸੈਲੰ, ਮਹਾਰਾਜ ਕਹਿੰਦੇ ਜਿੰਨਾ ਚਿਕਰ ਤੂੰ ਆਪਣੇ ਹੰਕਾਰ ਨੂੰ ਭੰਨਦਾ ਨਹੀਂ ਹੈ, ਉਹਨਾਂ ਚਿਕਰ ਗੁਰੂ ਦਾ ਗਿਆਨ ਨਹੀਂ ਆਉਣਾ ਹੈ। ਇਹ ਭੱਜਦਾ ਕਿੱਦਾਂ ਹੈ? ਕਹਿੰਦੇ ਪਹਾੜ ਵਿੱਚ ਟੱਕਰ ਮਾਰਨ ਵਾਲੀ ਗੱਲ ਹੈ। ਜਦੋਂ ਟੱਕਰ ਮਾਰਦਾ, ਫਿਰ ਗੁਰੂ ਦਾ ਗਿਆਨ ਜਦੋਂ ਮਿਲ ਜਾਂਦਾ ਨਾ, ਫਿਰ ਤਾਂ ਬੜੇ ਬੜੇ ਪਹਾੜਾਂ ਨੂੰ ਚਕਨਾਚੂਰ ਕਰ ਦਿੰਦਾ, ਭਾਵ ਹੰਕਾਰ ਚਕਨਾਚੂਰ ਹੋ ਜਾਂਦਾ। ਕਹਿੰਦੇ ਪਾਤਸ਼ਾਹ ਕਹਿੰਦੇ ਜਦੋਂ ਇਹ ਤੁਰਿਆ ਸੀ, ਹੈ ਨਾ, ਜਗਿਆਸਾ ਸੀ ਅੰਦਰ ਜਾਣਨ ਦੀ, ਪੜ੍ਹਦਾ ਸੀ, ਸੁਣਦਾ ਸੀ, ਮਿਹਨਤਾਂ ਮਸ਼ੱਕਤਾਂ ਕਰਦਾ ਸੀ, ਗਿਆਨ ਤਾਂ ਸੀਗਾ, ਪਰ ਉਹ ਇੱਦਾਂ ਸੀ ਜਿੱਦਾਂ ਮਾੜਾ ਮੱਧਮ ਦੀਵਾ ਜਗਦਾ। ਤਹਿ ਦੀਪਕ ਜਲੈ ਸੰਸਾਰਾ, ਸੰਸਾਰਾਂ ਦਾ ਮੱਧਮ ਜਿਹਾ, ਮਾੜੀ ਮਾੜੀ ਲੋ ਸੀਗੀ ਅੰਦਰ। ਅਤੇ ਜਦੋਂ ਫਿਰ ਗੁਰੂ ਨੇ ਕਿਰਪਾ ਕਰ ਦਿੱਤੀ, ਉਦੋਂ ਕੀ ਹੋਇਆ? ਕਹਿੰਦੇ ਅਨਹਤ ਸੂਰ ਉਜਾਰਾ। ਜਿੱਦਾਂ ਸੂਰਜ ਦਾ ਪ੍ਰਕਾਸ਼ ਹੁੰਦਾ, ਇੱਦਾਂ ਪ੍ਰਕਾਸ਼ ਹੋ ਗਿਆ। ਹੁਣ ਸੂਰਜ ਦੇ ਪ੍ਰਕਾਸ਼ ਵਿੱਚ ਵੀ ਦੋਸ਼ ਹੈ। ਜਦੋਂ ਉਹ ਛੁਪਣ ਲੱਗਦਾ ਹੈ ਨਾ, ਅਤੇ ਉਦੋਂ ਗਿਆ, ਉਦੋਂ ਫਿਰ ਸ਼ਾਮਾਂ ਪੈ ਜਾਂਦੀਆਂ, ਉਹੀ ਆਸਮਾਨ ਜਿੱਥੇ ਲੋਈ ਲੋ ਖਿਲਰੀ ਹੋਈ ਸੀ, ਚਾਨਣ ਹੀ ਚਾਨਣ ਖਿਲਰਿਆ ਹੋਇਆ ਸੀ, ਅਤੇ ਉਹ ਪ੍ਰਕਾਸ਼ ਤਾਂ ਮਰ ਗਿਆ, ਉਹ ਤਾਂ ਹੱਤ ਹੋ ਗਿਆ। ਹੱਤ ਹੁੰਦਾ ਮਰ ਜਾਣਾ, ਰਾਤ ਨੇ ਮਾਰ ਦਿੱਤਾ ਸੂਰਜ ਦੇ ਪ੍ਰਕਾਸ਼ ਨੂੰ। ਪਹਿਲੋਂ ਕਿਹਾ ਉਹ ਸੂਰਜ ਦਾ ਉਜਿਆਲਾ, ਪਹਿਲੋਂ ਹੁਣ ਸੂਰ ਦਾ ਉਜਿਆਲਾ ਹੋ ਗਿਆ, ਪਰ ਸੂਰਜ ਕਿਸ ਸੂਰਜ ਦਾ ਉਜਿਆਲਾ ਹੋਇਆ? ਜਿਹੜਾ ਕਦੀ ਮਰਦਾ ਨਹੀਂ ਹੈ। ਸੋ ਜਿਹੜਾ ਆ ਦੁਨਿਆਵੀ ਸੂਰਜ ਦਾ ਪ੍ਰਕਾਸ਼ ਮਰ ਜਾਂਦਾ, ਰੋਜ਼ ਪ੍ਰਕਾਸ਼ ਮਰਦਾ, ਰੋਜ਼ ਇਹਨੂੰ ਪ੍ਰਕਾਸ਼ ਮਿਲਦਾ, ਪਰ ਜਦੋਂ ਗੁਰੂ ਦੇ ਗਿਆਨ ਦਾ ਅੰਦਰ ਸੂਰਜ ਚੜ੍ਹਦਾ, ਫਿਰ ਅਨਹਤ ਉਜਿਆਲਾ, ਉਹ ਫਿਰ ਐਸਾ ਪ੍ਰਕਾਸ਼ ਹੈ ਕਿ ਉਹ ਕਦੀ ਮਰਦਾ ਨਹੀਂ ਹੈ। ਕਹਿੰਦੇ ਪਹਿਲੋਂ ਮਾੜਾ ਮੋਟਾ ਦੀਵਾ ਚੱਲਦਾ ਸੀ। ਗੁਰ ਪ੍ਰਸਾਦੀ ਜਾਣਿਆ, ਜਨ ਨਾਮ ਸਹਿਜ ਸਮਾਨਿਆ। ਮੈਨੂੰ ਇਹਦੇ ਬਾਰੇ ਸੋਝੀ ਨਹੀਂ ਸੀ, ਮੈਨੂੰ ਕੁਝ ਨਹੀਂ ਸੀ ਪਤਾ, ਪਰ ਜਦੋਂ ਮੇਰੀ ਭੇਟ ਗੁਰੂ ਦੇ ਨਾਲ ਹੋਈ, ਜਦੋਂ ਮੈਂ ਆਪਣਾ ਸਿਰ ਗੁਰੂ ਨੂੰ ਦੇ ਦਿੱਤਾ, ਮਨ ਵੇਚ ਦਿੱਤਾ ਗੁਰੂ ਦੇ ਅੱਗੇ, ਅਤੇ ਫਿਰ ਗੁਰੂ ਨੇ ਮੈਨੂੰ, ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਸੋਝੀ ਹੋਈ। ਜਨ ਨਾਮਾ, ਮੈਂ ਨਾਮਾ, ਪਹਿਲੋਂ ਨਾਮ ਦੇ, ਹੁਣ ਨਾਮਾ। ਸਹਿਜ ਵਿੱਚ ਆ ਗਿਆ, ਮੈਂ ਸਹਿਜ ਵਿੱਚ ਆ ਗਿਆ। ਜਦੋਂ ਹੀ ਸਹਿਜ ਵਿੱਚ ਆਏ, ਉਦੋਂ ਹੀ ਸਮਾਨਿਆ। ਕਹਿੰਦੇ ਉਹਦੇ ਵਿੱਚ ਸਮਾ ਗਿਆ। ਭਗਤ ਨਾਮਦੇਵ ਜੀ ਨੇ ਮਿਹਰ ਕਿਰਪਾ ਕੀਤੀ ਹੈ, ਇਹ ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ, ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ।
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਹਮ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭ ਨਾ ਗੱਲਾਂ ਸਮਰਾ ਸੁਆਮੀ ਸੋਖਿਓ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰਖੇ ਲਾਗੇ। ਕਹਿ ਨਾਨਕ ਤੈਸ ਹੋਆ ਤਿਤ ਕਰ ਅਨਹਦ ਵਾਜੇ। ਆਨ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੂਹਰੋ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਤੂੰ ਠਾਕੁਰ ਤੂੰ ਪੈ ਅਰਦਾਸ। ਪਿੰਡ ਸਭ ਤੇਰੀ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਆਣ ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਤੁਮ ਤੇ ਹੋਏ ਸੋ ਆਗਿਆਕਾਰੀ। ਇਕਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕੇ ਅੱਗੇ ਪਿੱਛੇ ਸਭ ਪਿਆਰੇ। ਦੇਵ ਬਹਾਦਰ ਸਿਮਰਿਆ ਸਤਨਾਮ ਦਿਆ ਰਾਜ ਸਿਮਰਨ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸਿੱਖਾਂ। ਦਸਾਂ ਪਾਤਸ਼ਾਹੀਆਂ ਜੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਦੇਵ ਚਲਾਈ ਤੇ ਆਵਾਜ਼ ਦੇ ਕੇ ਕੀਤਾ ਪਿਆਰਿਆਂ ਪਿਆਰਿਆਂ ਤੁਹਾਡੀ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਸਿੰਘਾਂ ਸਿੰਘੜੀਆਂ ਧਰ ਕੇ ਸੀ ਵਾਏ ਖੋਪਰੀਆਂ ਲਾਈਆਂ ਚੱਕਰੀਆਂ ਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਨੀ ਹਾਰਿਆ। ਸਿੱਖੀ ਸਦਕੇ ਸੰਤ ਸਭਾ ਸਮਾਨ ਨਿਭਾਇਆ। ਤੇਰਾ ਸਮੂਹੀ ਕਮਾਈ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਕਰਤਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੈ। ਚਿਤ ਆਵੈ ਪਰ ਸਤਿਕਾਰ ਸਰਬ ਸੁਖ ਹੋਵੈ। ਜਾਂ ਜਾਂ ਖਾਲਸਾ ਜੀ ਸਾਹਿਬ ਦਾ ਸਤਿ ਸ਼੍ਰੀ ਅਕਾਲ।
ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤੇ ਚੀ ਮਾਤਰ ਪਤੀ ਰੱਖਿਆ ਬਿਨ ਓੰਕਾਰ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਕਿਰਪਾ ਹੀ ਅਮਰ ਵਿੱਚ ਗੁਰੂਆਂ ਸੱਚੇ ਸ੍ਰੀ ਗੁਰੂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ ਅਸਰ ਦੀ ਵਾਰ ਦੇ ਸ਼ਬਦ ਜਾਪ ਅਨੰਦ ਸੱਚੇ ਸ਼ੀਖਾਂ ਤੋ ਨਾ ਚੁਕਾ ਦੀ ਜਮਾ ਕਰਨੇ ਵਾਲੀ ਦਾ ਮਹੱਤਵ ਨੇ ਸੰਪਨ ਬਖਸ਼ਣਾ ਦਿਲ ਫਲਹਾ ਦਿਲ ਦਰ ਪ੍ਰਵਾਹ ਕਰਨਾ ਸਰਵ ਸੰਪਨ ਦੇ ਗੁਰੂ ਭਾਵਨਾ ਗੁਰਮਤਿ ਅਨੁਸਾਰ ਬਖਸ਼ੀਆਂ ਦਾਤਾਂ ਦੀ ਬੜਾ ਪ੍ਰਸ਼ਾਦੀਆਂ ਦੀ ਕਾਮਨਾ ਦੀ ਬੜੀ ਪ੍ਰਾਰਥਨਾ ਕੋਈ ਰਾਮ ਦਾ ਬਚਨ ਕਰਨਾ ਸੀਤ ਪ੍ਰਸ਼ਾਦ ਸੰਤਾਂ ਚ ਵਖੇ ਦੇ ਸ਼ਿਕਿਆ ਨਾਮ ਦਿੱਤੇ ਪਾਵਨ ਹੁਕਮ ਬਖਸ਼ਣ ਸੰਤਾਂ ਦੇ ਹੱਥ ਤੋਜੀ ਸਹੀ ਪਿਆਰੇ ਮਿਲਣ ਬਿਨਾਂ ਮਿਲੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਂ ਲੇ ਹਾਕੀ ਰਹੇ ਨ ਕੋਏ ਬੱਚੇ ਸ਼ਰਨ ਜੋ ਹੋਏ ਚੜੇ ਸੋ ਉਤਰੇ ਪਾਰ ਗੁਰ ਪਾਰ ਉਤਾਰਨ ਹਾਰ ਕਲਗੀ ਸੋਏ ਸੀਸ ਗੁਰੂ ਕਲਗੀ ਤਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀਓ। ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ ਜੁਗ ਚਾਰੇ ਪਰਮਾਈ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ ਜੁਗ ਚਾਰੇ ਪਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ 부ਝਾਈ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੇਵਹੁ ਆਧਾਰੇ ਰਹਾਉ। ਮਨਸਾ ਮਾਰ ਦੁਬਿਧਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ। ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਾਰਾ। ਸ਼ਬਦ ਮਰਹੁ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ ਸਭ ਦੇ ਪਾਵੈ ਕੋਈ। ਦਾਤੈ ਦਾਤ ਰਖੀ ਹੱਥ ਆਪਣਾ ਜਿਸ ਪਾਵੈ ਤਿਸ ਦੇ। ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸਈ। ਦਾਤੈ ਦਾਤ ਰਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਹੀ। ਨਾਨਕ ਨਾਮ ਰਤੇ ਸੁਖ ਪਾਇਆ
ਦਰਗਹ ਜਾਪਹਿ ਸਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ ਕਾ ਖਾਲਸਾ ਫਤਿਹ।